ਪੂਰਾ ਜਹਾਜ਼ ਯਾਤਰੀਆਂ ਨਾਲ ਭਰਿਆ ਹੋਇਆ ਸੀ। ਹਰ ਕੋਈ ਇੱਕ ਦੂਜੇ ਤੋਂ ਅਣਜਾਣ ਹੋ ਕੇ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ। ਮੇਰੀ ਨਜ਼ਰ ਬਾਰ-ਬਾਰ ਉਸ ਜਹਾਜ਼ ਵਿੱਚ ਬੈਠੀ ਏਅਰ ਹੋਸਟਸ ਵੱਲ ਜਾ ਰਹੀ ਸੀ। ਮੈਂ ਘੰਟੀ ਵਜਾ ਕੇ ਉਸ ਨੂੰ ਆਪਣੇ ਕੋਲ ਬੁਲਾਉਂਦਾ ਅਤੇ ਉਹ ਬਹੁਤ ਖੁਸ਼ ਹੋ ਕੇ ਮੇਰੇ ਕੋਲ ਆ ਕੇ ਕਹਿੰਦੀ, ਸਰ ਦੱਸੋ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ। ਮੈਂ ਉਸ ਨੂੰ ਦੇਖ ਕੇ ਮੁਸਕਰਾਉਂਦਾ ਅਤੇ ਫਿਰ ਉਹ ਮੇਰੇ ਤੋਂ ਚਿੜ ਕੇ ਆਪਣੀ ਥਾਂ 'ਤੇ ਵਾਪਸ ਚਲੀ ਜਾਂਦੀ। ਦਰਅਸਲ ਮੈਂ ਉਸ ਨੂੰ ਫਲਾਈਟ ਦੇ ਵਿਚਕਾਰ ਮਿਲਿਆ ਸੀ। ਮੈਂ ਇਸ ਨੂੰ ਲਗਭਗ 10 ਵਾਰ ਦੇਖਿਆ ਸੀ, ਪਰ ਫਿਰ ਵੀ ਮੈਂ ਆਪਣਾ ਮਨ ਨਹੀਂ ਬਣਾ ਸਕਿਆ। ਪਹਿਲੀ ਗੱਲ, ਉਸ ਦਾ ਡਰੈਸਿੰਗ ਸਟਾਈਲ ਬਹੁਤ ਆਕਰਸ਼ਕ ਹੈ ਅਤੇ ਦੂਜਾ, ਉਸ ਦੇ ਹਰ ਸਮੇਂ ਮੁਸਕਰਾਉਣ ਦੀ ਆਦਤ ਤੋਂ ਮੈਂ ਮਹਿਸੂਸ ਕੀਤਾ ਕਿ ਨਿਸ਼ਾ ਉਹ ਲੜਕੀ ਹੈ ਜੋ ਮੈਨੂੰ ਪਿਆਰ ਦੇ ਸਕਦੀ ਹੈ। ਜਦੋਂ ਵੀ ਮੈਂ ਉਸ ਨਾਲ ਗੱਲ ਕਰਦਾ ਹਾਂ ਤਾਂ ਇੰਜ ਲੱਗਦਾ ਹੈ ਜਿਵੇਂ ਮੈਂ ਉਸ ਤੋਂ ਵੱਧ ਸੋਹਣੀ ਕੁੜੀ ਦੁਨੀਆ ਵਿੱਚ ਕਿਤੇ ਵੀ ਨਹੀਂ ਦੇਖੀ, ਅਤੇ ਫਿਰ ਵੀ ਉਹ ਅਜਿਹੀ ਹੀ ਸੀ ਅਤੇ ਉਹ ਸੱਚਮੁੱਚ ਬਹੁਤ ਸੋਹਣੀ ਕੁੜੀ ਸੀ। ਉਸ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਉਸ ਦੀ ਉਮਰ 18 ਸਾਲ ਤੋਂ ਵੱਧ ਹੈ, ਜਦੋਂ ਕਿ ਉਸ ਦੀ ਉਮਰ 25 ਸਾਲ ਦੀ ਹੋਵੇਗੀ। ਖੈਰ, ਮੈਂ ਸਾਰੇ ਰਾਹ ਉਸ ਨੂੰ ਦੇਖਦਾ ਰਿਹਾ। ਫਿਰ ਜਿਵੇਂ ਹੀ ਮੈਂ ਫਲਾਈਟ ਤੋਂ ਉਤਰਿਆ ਅਤੇ ਘਰ ਜਾਣ ਲੱਗਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਨਿਸ਼ਾ ਤੋਂ ਹਮੇਸ਼ਾ ਲਈ ਵੱਖ ਹੋ ਜਾਵਾਂਗਾ, ਅਤੇ ਸੱਚਮੁੱਚ ਮੈਨੂੰ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਮੈਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਨੂੰ ਆਪਣਾ ਜੀਵਨ ਸਾਥੀ ਜ਼ਰੂਰ ਬਣਾਵਾਂਗਾ, ਪਰ ਮੈਂ ਉਸ ਨੂੰ ਕਿੱਥੇ ਲੱਭਾਂਗਾ ਅਤੇ ਕਿਸ ਨੂੰ ਪੁੱਛਾਂਗਾ ਕਿ ਉਹ ਕੌਣ ਹੈ, ਉਹ ਕਿੱਥੇ ਰਹਿੰਦੀ ਹੈ। ਮੈਂ ਉਸ ਸਮੇਂ ਘਰ ਆ ਗਿਆ ਸੀ ਕਿਉਂਕਿ ਮੇਰੇ ਲਈ ਘਰ ਜਾਣਾ ਜ਼ਰੂਰੀ ਸੀ, ਕਿਉਂਕਿ ਮੇਰੀ ਗ੍ਰੈਜੂਏਸ਼ਨ ਦੀ ਪੜ੍ਹਾਈ ਚੱਲ ਰਹੀ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਜੇ ਮੈਂ ਨਿਸ਼ਾ ਨੂੰ ਲੱਭਣਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਲੱਭਾਂਗਾ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਤੱਕ ਪਹੁੰਚਾਂਗਾ। ਏਅਰਪੋਰਟ ਕਸਟਮ ਤੋਂ ਮੇਰਾ ਇੱਕ ਦੋਸਤ ਇੱਕ ਏਅਰਪੋਰਟ ਦੇ ਮੈਨੇਜਰ ਸੀ ਅਤੇ ਫਿਰ ਏਅਰਪੋਰਟ 'ਤੇ ਆਉਣ ਜਾਣ ਵਾਲੀ ਏਅਰ ਹੋਸਟਸ ਇਸੇ ਸ਼ਹਿਰ ਵਿੱਚ ਰਹਿੰਦੀ ਸੀ। ਮੈਂ ਸੋਚਿਆ ਮੈਂ ਮੈਨੇਜਰ ਨੂੰ ਬੁਲਾਵਾਂ, ਮੈਂ ਉਸ ਦਾ ਹਾਲ ਚਾਲ ਪੁੱਛਾਂਗਾ ਅਤੇ ਉਸ ਕੁੜੀ ਬਾਰੇ ਵੀ ਪੁੱਛਾਂਗਾ। ਨਿਸ਼ਾ ਦਾ ਖਿਆਲ ਅਜੇ ਵੀ ਮੇਰੇ ਦਿਮਾਗ ਤੋਂ ਨਹੀਂ ਸੀ ਨਿਕਲ ਰਿਹਾ। ਫਿਰ ਮੈਂ ਮੈਨੇਜਰ ਸਰ ਨੂੰ ਫੋਨ ਕੀਤਾ। ਗੱਲਬਾਤ ਤੋਂ ਬਾਅਦ ਜਦੋਂ ਉਸਨੇ ਮੈਨੂੰ ਪੁੱਛਿਆ ਕਿ ਮੈਂ ਉਸ ਨੂੰ ਕਿਉਂ ਬੁਲਾਇਆ ਸੀ ਤਾਂ ਮੈਂ ਉਸ ਨੂੰ ਸਾਫ਼-ਸਾਫ਼ ਦੱਸ ਦਿੱਤਾ। ਮੈਂ ਕਤਰ ਤੋਂ ਆ ਰਹੀ ਫਲਾਈਟ ਵਿੱਚ ਨਿਸ਼ਾ ਨਾਮ ਦੀ ਇੱਕ ਏਅਰ ਹੋਸਟਸ ਨੂੰ ਦੇਖਿਆ। ਉਹ ਬਹੁਤ ਸੋਹਣੀ ਸੀ। ਉਹ ਸਿੱਧਾ ਮੇਰੇ ਦਿਲ ਵਿੱਚ ਵਸ ਗਈ। ਮੈਂ ਉਸ ਨਾਲ ਗੱਲ ਕਰਨਾ ਚਾਹੁੰਦਾ ਹਾਂ। ਹਾਏ ਯਾਰ, ਤੈਨੂੰ ਕੁੜੀਆਂ ਦਾ ਕੀ ਘਾਟਾ ਹੈ? ਤੂੰ ਇਸ ਏਅਰ ਹੋਸਟਸ ਦੇ ਪਿੱਛੇ ਕਿਉਂ ਪਿਆ ਹੈ? ਮੈਨੇਜਰ ਨੇ ਮੈਨੂੰ ਸਮਝਾਇਆ। ਮੈਂ ਕਿਹਾ, ਤੁਸੀਂ ਜਾਣਦੇ ਹੋ ਕਿ ਮੈਨੂੰ ਅਸਲ ਵਿੱਚ ਕੁੜੀਆਂ ਦੀ ਘਾਟ ਨਹੀਂ ਹੈ, ਪਰ ਮੈਂ ਅਸਲ ਵਿੱਚ ਉਸ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਇਹ ਬਿਨਾਂ ਕਿਸੇ ਕਾਰਨ ਨਹੀਂ ਕਹਿ ਰਿਹਾ। ਜੇਕਰ ਗੱਲ ਹੀ ਕਰਨੀ ਹੁੰਦੀ ਤਾਂ ਮੈਂ ਉਸ ਨੂੰ ਉੱਥੇ ਹੀ ਬੁਲਾ ਸਕਦਾ ਸੀ। ਮੇਰਾ ਜਵਾਬ ਸੁਣ ਕੇ ਮੈਨੇਜਰ ਆਪਣੀ ਕੁਰਸੀ ਤੋਂ ਉੱਠ ਖੜਾ ਹੋਇਆ ਤੇ ਕਹਿਣ ਲੱਗਾ, ਤੁਸੀਂ ਪਾਗਲ ਤਾਂ ਨਹੀਂ ਹੋ ਗਏ? ਤੁਸੀਂ ਅਜਿਹੀ ਕੁੜੀ ਨਾਲ ਵਿਆਹ ਕਰੋਗੇ ਜੋ ਦਿਨ ਭਰ ਮਰਦਾਂ ਦੇ ਸਾਹਮਣੇ ਮੁਸਕਰਾਉਂਦੀ ਅਤੇ ਗੱਲਾਂ ਕਰਦੀ ਹੈ ਅਤੇ ਉਹਨਾਂ ਨੂੰ ਚਾਹ ਦਿੰਦੀ ਹੈ? ਮੈਨੂੰ ਵੀ ਗੁੱਸਾ ਆ ਗਿਆ। ਮੈਂ ਕਿਹਾ, ਇਸ ਵਿੱਚ ਹਰਜ ਕੀ ਹੈ? ਉਹ ਲੋਕਾਂ ਦੀ ਸੇਵਾ ਕਰਦੀ ਹੈ। ਹਸਪਤਾਲਾਂ ਵਿੱਚ ਨਰਸਾਂ ਵੀ ਇਹੀ ਕੰਮ ਕਰਦੀਆਂ ਹਨ। ਤੁਸੀਂ ਲੋਕ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹੋ, ਤਾਂ ਕਿ ਹਵਾਈ ਜਹਾਜ਼ਾਂ ਵਿੱਚ ਏਅਰ ਹੋਸਟਸ ਦੀ ਕੋਈ ਇੱਜ਼ਤ ਨਹੀਂ ਹੁੰਦੀ? ਮੈਨੇਜਰ ਥੋੜਾ ਘਬਰਾ ਕੇ ਬੋਲਿਆ, ਅਜਿਹਾ ਨਹੀਂ ਹੈ ਮੇਰੇ ਦੋਸਤ ਉਦੇ, ਤੁਸੀਂ ਆਪ ਹੀ ਸਮਝ ਜਾਓਗੇ। ਯਾਰ, ਤੁਸੀਂ ਅਜਿਹੀਆਂ ਗੱਲਾਂ ਕਿਉਂ ਕਹਿ ਰਹੇ ਹੋ? ਮੈਨੂੰ ਨਿਸ਼ਾ ਨਾਂ ਦੀ ਕੁੜੀ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ। ਜੇ ਤੁਸੀਂ ਦੇ ਸਕਦੇ ਹੋ ਤਾਂ ਮੈਨੂੰ ਦੱਸੋ, ਮੈਂ ਦੇ ਸਕਦਾ ਹਾਂ, ਪਰ ਅਸਲ ਵਿੱਚ ਸਮੱਸਿਆ ਇਹ ਨਹੀਂ ਹੈ। ਖੈਰ, ਮੈਂ ਤੁਹਾਨੂੰ ਕੀ ਦੱਸਾਂ, ਤੁਹਾਨੂੰ ਵਿਆਹ ਤੋਂ ਬਾਅਦ ਹੀ ਪਤਾ ਲੱਗ ਜਾਵੇਗਾ ਅਤੇ ਉਮੀਦ ਹੈ ਕਿ ਗੱਲ ਵਿਆਹ ਤੱਕ ਨਹੀਂ ਪਹੁੰਚੇਗੀ। ਇਹ ਕਹਿ ਕੇ ਉਸਨੇ ਫੋਨ ਬੰਦ ਕਰ ਦਿੱਤਾ। ਉਹ ਨਿਸ਼ਾ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਸੀ। ਅੱਧੇ ਘੰਟੇ ਬਾਅਦ ਉਸ ਦਾ ਫਿਰ ਕਾਲ ਆਇਆ। ਉਦੇ, ਮੈਨੂੰ ਨਿਸ਼ਾ ਬਾਰੇ ਸਾਰੀ ਜਾਣਕਾਰੀ ਮਿਲ ਗਈ ਹੈ। ਉਹ ਇੱਕ ਮੱਧ ਵਰਗ ਪਰਿਵਾਰ ਤੋਂ ਹੈ ਅਤੇ ਉਸਨੂੰ ਪਿਛਲੇ ਸਾਲ ਹੀ ਨੌਕਰੀ ਮਿਲੀ ਸੀ, ਪਰ ਉਸਨੇ ਸਿਰਫ 1 ਸਾਲ ਵਿੱਚ ਬਹੁਤ ਤਰੱਕੀ ਕੀਤੀ। ਹੁਣ ਉਸ ਦੇ ਵਿਚਾਰ ਬਦਲ ਗਏ ਹਨ। ਮੈਂ ਉਸ ਨੂੰ ਸਿਰਫ ਏਅਰ ਹੋਸਟਸ ਵਜੋਂ ਜਾਣਦਾ ਸੀ। ਮੈਨੂੰ ਉਸ ਦਾ ਚਿਹਰਾ ਯਾਦ ਹੈ। ਉਹ ਨੀਲੀਆਂ ਅੱਖਾਂ ਵਾਲੀ ਹੈ। ਉਹਦੇ ਭਰਾ ਉਹ ਤਾਂ ਲੈਂਚ ਪਾਉਂਦੀ ਹੈ। ਜੋ ਵੀ ਹੈ, ਉਹ ਬਹੁਤ ਸੋਹਣੀ ਹੈ। ਮੈਨੂੰ ਨਿਸ਼ਾ ਦਾ ਨੰਬਰ ਦਿਓ, ਮੈਂ ਉਸ ਨਾਲ ਗੱਲ ਕਰਨੀ ਚਾਹੁੰਦਾ ਹਾਂ। ਹਾਂ, ਗੱਲ ਤਾਂ ਮੈਂ ਤੁਹਾਡੀ ਜ਼ਰੂਰ ਕਰਵਾਵਾਂਗਾ। ਫਿਰ ਚਾਹੇ ਤੁਸੀਂ ਉਸ ਨਾਲ ਵਿਆਹ ਕਰੋ ਜਾਂ ਨਾ ਕਰੋ।
ਮੈਨੇਜਰ ਮੈਨੂੰ ਦੁਬਾਰਾ ਗੱਲਾਂ ਸੁਣਾ ਰਿਹਾ ਸੀ, ਪਰ ਮੈਂ ਉਸ ਦੀ ਕਹੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ ਸੀ। ਮੈਂ ਨਿਸ਼ਾ ਦਾ ਨੰਬਰ ਲੈ ਕੇ ਆਪਣੇ ਮੋਬਾਈਲ 'ਚ ਸੇਵ ਕਰ ਲਿਆ ਅਤੇ ਫਿਰ ਉਸ ਨੂੰ ਇੰਟਰਨੈਟ 'ਤੇ ਮੈਸੇਜ ਕੀਤਾ। ਨਿਸ਼ਾ ਨੇ ਮੇਰਾ ਮੈਸੇਜ ਦੇਖਦੇ ਹੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, ਤੁਸੀਂ ਕੌਣ ਹੋ? ਕੀ ਤੁਸੀਂ ਉਹਨਾਂ ਯਾਤਰੀਆਂ ਵਿੱਚੋਂ ਇੱਕ ਹੋ ਜੋ ਫਲਾਈਟ ਤੋਂ ਬਾਅਦ ਮੇਰੇ ਨੰਬਰ ਨਾਲ ਮੇਰੇ ਤੱਕ ਪਹੁੰਚਦੇ ਹਨ? ਜੇ ਤੁਸੀਂ ਹੋ ਤਾਂ ਰੱਬ ਦਾ ਵਾਸਤਾ ਮੈਨੂੰ ਅਜਿਹੀਆਂ ਗੱਲਾਂ ਪਸੰਦ ਨਹੀਂ ਹਨ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਘੱਟੋ ਘੱਟ ਮੈਨੇਜਰ ਦੇ ਕਹਿਣ ਅਨੁਸਾਰ ਉਹ ਗੱਲ ਨਹੀਂ ਹੈ ਜਿਵੇਂ ਮੈਨੇਜਰ ਉਸ ਬਾਰੇ ਗੱਲ ਕਰ ਰਿਹਾ ਸੀ। ਉਸ ਦੀਆਂ ਬਾਕੀ ਗੱਲਾਂ ਵੀ ਬਿਲਕੁਲ ਝੂਠੀਆਂ ਹੋਣਗੀਆਂ। ਮੈਂ ਆਪਣੇ ਮਨ ਵਿੱਚ ਵਾਰ-ਵਾਰ ਨਿਸ਼ਾ ਦੇ ਸੋਹਣੇ ਚਿਹਰੇ ਬਾਰੇ ਸੋਚਣ ਲੱਗਾ। ਫਿਰ ਮੇਰੀ ਅਤੇ ਨਿਸ਼ਾ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ। ਬਿਨਾਂ ਕੁਝ ਬੋਲੇ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈ ਅਤੇ ਕਿਹਾ ਕਿ ਤੁਹਾਡੀ ਗੱਲ ਮੈਨੂੰ ਚੰਗੀ ਲੱਗੀ। ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਲੋਕ ਸਾਡੇ ਵਰਗੀਆਂ ਕੁੜੀਆਂ ਨਾਲ ਦੋਸਤੀ ਕਰਨਾ ਚਾਹੁੰਦੇ ਹਨ। ਲੋਕ ਸਾਡੇ ਬਾਰੇ ਵੱਖੋ ਵੱਖਰੀਆਂ ਗੱਲਾਂ ਕਰਦੇ ਹਨ ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਕੁੜੀ ਅਜਿਹੀਆਂ ਗੱਲਾਂ ਨੂੰ ਪਸੰਦ ਨਹੀਂ ਕਰਦੀ। ਮੈਂ ਨਿਸ਼ਾ ਦੇ ਬੋਲਾਂ ਅਤੇ ਉਸ ਤੋਂ ਬਹੁਤ ਖੁਸ਼ ਸੀ। ਉਹ ਪੜ੍ਹੀ ਲਿਖੀ ਤੇ ਸਲੀਕੇ ਵਾਲੀ ਕੁੜੀ ਜਾਪਦੀ ਸੀ। ਮੇਰੇ ਨਾਲ ਬਹੁਤ ਗੱਲਾਂ ਕਰਨ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਉਹ ਆਪਣੀ ਮਾਂ ਨਾਲ ਮੇਰੇ ਬਾਰੇ ਗੱਲ ਕਰੇਗੀ। ਇੰਜ ਲੱਗਦਾ ਸੀ ਜਿਵੇਂ ਨਿਸ਼ਾ ਮੈਨੂੰ ਪਹਿਲਾਂ ਤੋਂ ਜਾਣਦੀ ਹੋਵੇ, ਪਰ ਉਸ ਨੇ ਅਜਿਹਾ ਕੁਝ ਨਹੀਂ ਕਿਹਾ ਸੀ। ਮੈਨੂੰ ਨਿਸ਼ਾ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ ਕਿਉਂਕਿ ਉਹ ਪੂਰੀ ਤਰ੍ਹਾਂ ਮੇਰੀਆਂ ਉਮੀਦਾਂ ਤੇ ਖਰੀ ਉਤਰੀ। ਉਹਦੇ ਅੰਦਰ ਬਿਲਕੁਲ ਵੀ ਬੇਸ਼ਰਮੀ ਨਹੀਂ ਸੀ ਤੇ ਨਾ ਹੀ ਉਹਦੇ ਅੰਦਰ ਕੋਈ ਅਜਿਹੀ ਚੀਜ਼ ਸੀ ਜਿਸ ਤੇ ਮੈਂ ਇਤਰਾਜ਼ ਕਰਦਾ। ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗਾ। ਅਗਲੇ ਦਿਨ ਉਸਨੇ ਮੈਨੂੰ ਕਿਹਾ ਕਿ ਮੇਰੀ ਮਾਂ ਤੁਹਾਨੂੰ ਮਿਲਣਾ ਚਾਹੁੰਦੀ ਹੈ। ਮੈਂ ਬਹੁਤ ਖੁਸ਼ ਸੀ। ਮੈਂ ਜਲਦੀ ਹੀ ਉਸ ਦੀ ਮਾਂ ਨੂੰ ਮਿਲਣ ਪਹੁੰਚ ਗਿਆ। ਮੈਂ ਆਪਣੀ ਸਭ ਤੋਂ ਮਹਿੰਗੀ ਵੱਡੀ ਕਾਰ ਵਿੱਚ ਗਿਆ, ਜਿਸ ਨੂੰ ਦੇਖ ਕੇ ਨਿਸ਼ਾ ਦੀ ਮਾਂ ਬਹੁਤ ਖੁਸ਼ ਹੋਈ। ਬੇਟਾ, ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇੰਨਾ ਵਧੀਆ ਮੁੰਡਾ ਮੇਰੀ ਧੀ ਨੂੰ ਵਿਆਹ ਲਈ ਕਹੇਗਾ। ਨਿਸ਼ਾ ਦੀ ਮਾਂ ਨੇ ਕਿਹਾ, ਮੇਰੀ ਕੋਈ ਸ਼ਰਤ ਨਹੀਂ ਹੈ ਅਤੇ ਮੇਰੀ ਬੇਟੀ ਦੀ ਵੀ ਇੱਕੋ ਇੱਛਾ ਹੈ ਕਿ ਤੁਸੀਂ ਉਸ ਨੂੰ ਨੌਕਰੀ ਕਰਨ ਦੀ ਇਜਾਜ਼ਤ ਦਿਓ। ਜੇਕਰ ਉਹ ਵਿਆਹ ਤੋਂ ਬਾਅਦ ਵੀ ਕੰਮ ਕਰੇ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੁਸੀਂ ਜਾਣਦੇ ਹੋ ਕਿ ਆਪਣਾ ਪੈਸਾ ਆਪਣਾ ਹੀ ਹੁੰਦਾ ਹੈ। ਬਾਅਦ ਵਿੱਚ ਜਦੋਂ ਤੁਸੀਂ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਜਾਓ ਤਾਂ ਉਹ ਨੌਕਰੀ ਛੱਡ ਦੇਵੇਗੀ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਫਿਲਹਾਲ ਉਸ ਦੀ ਇੱਛਾ ਹੈ ਕਿ ਉਹ ਨੌਕਰੀ ਨਹੀਂ ਛੱਡੇਗੀ ਅਤੇ ਕਰਦੀ ਰਹੇਗੀ ਕਿਉਂਕਿ ਸਿਰਫ 1 ਸਾਲ ਹੀ ਹੋਇਆ ਹੈ। ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੈ। ਮੈਂ ਕਿਹਾ, ਇਹ ਬਿਲਕੁਲ ਠੀਕ ਹੈ। ਜਦੋਂ ਤੱਕ ਉਹ ਕੰਮ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਹੈ। ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਮੇਰੀ ਗੱਲ ਸੁਣ ਕੇ ਨਿਸ਼ਾ ਬਹੁਤ ਖੁਸ਼ ਹੋ ਗਈ ਅਤੇ ਕਿਹਾ ਕਿ ਜੇਕਰ ਤੁਸੀਂ ਮੇਰੀ ਗੱਲ ਮੰਨ ਲਈ ਹੈ ਤਾਂ ਮੇਰੇ ਲਈ ਇਨਕਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਬਚੀ ਹੈ। ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਾਂ। ਮੇਰੀ ਗੱਲ ਸੁਣ ਕੇ ਨਿਸ਼ਾ ਖੁਸ਼ ਹੋ ਗਈ, ਜਿਵੇਂ ਉਹ ਹਮੇਸ਼ਾ ਤੋਂ ਮੇਰਾ ਇੰਤਜ਼ਾਰ ਕਰ ਰਹੀ ਹੋਵੇ। ਮੈਂ ਉਸ ਦੇ ਪਿਆਰ ਨੂੰ ਸਮਝ ਲਿਆ ਅਤੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੇਰੇ ਮਾਪਿਆਂ ਨੂੰ ਵਿਆਹ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹ ਕਈ ਸਾਲਾਂ ਤੋਂ ਮੇਰਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅੱਜ ਤੱਕ ਮੈਨੂੰ ਕੋਈ ਕੁੜੀ ਪਸੰਦ ਨਹੀਂ ਆਈ। ਹੁਣ ਜਦੋਂ ਮੈਂ ਨਿਸ਼ਾ ਨੂੰ ਪਸੰਦ ਕਰ ਲਿਆ ਸੀ ਤਾਂ ਉਹ ਵੀ ਬਹੁਤ ਖੁਸ਼ ਸੀ। ਉਹਨਾਂ ਨੇ ਕਿਹਾ, ਬੇਟਾ, ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਘਰ ਬਸ ਜਾਵੇ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ 에ਅਰ ਹੋਸਟਸ ਨਾਲ ਵਿਆਹ ਕਰ ਰਿਹਾ ਹਾਂ ਤਾਂ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਉਹ ਘਰ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕੇਗੀ। ਮੈਂ ਕਿਹਾ, ਮੈਂ ਇਹ ਨਹੀਂ ਚਾਹੁੰਦਾ ਕਿ ਮੇਰੀ ਘਰਵਾਲੀ ਘਰ ਚਲਾਵੇ। ਮੈਂ ਇੱਕ ਮਾਡਰਨ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮੈਂ ਉਸ ਨੂੰ ਲੱਭ ਲਿਆ ਹੈ। ਹੁਣ ਤੁਸੀਂ ਮਠਿਆਈਆਂ ਵੰਡੋ। ਮੇਰੇ ਮਾਤਾ ਪਿਤਾ ਨੇ ਪੂਰੇ ਦਿਲ ਨਾਲ ਹਾਂ ਕਿਹਾ ਕਿਉਂਕਿ ਉਹ ਚਾਹੁੰਦੇ ਸਨ ਕਿ ਮੈਂ ਸੈਟਲ ਹੋ ਜਾਵਾਂ। ਮੈਂ ਇਹ ਵੀ ਸੋਚਿਆ ਸੀ ਕਿ ਮੈਂ ਵਿਆਹ ਤੋਂ ਬਾਅਦ ਨਿਸ਼ਾ ਨੂੰ ਬਦਲ ਲਵਾਂਗਾ, ਉਸ ਨੂੰ ਨੌਕਰੀ ਕਰਨ ਦੀ ਇਜਾਜ਼ਤ ਦੇ ਦਿਆਂਗਾ, ਪਰ ਨਾਲ ਹੀ ਮੈਂ ਉਸ ਨੂੰ ਆਪਣੇ ਨਾਲ ਪਿਆਰ ਕਰਕੇ ਇਹ ਨੌਕਰੀ ਛਡਵਾ ਦਿਆਂਗਾ ਕਿਉਂਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਨਿਸ਼ਾ ਜਾ ਕੇ ਲੋਕਾਂ ਦੀ ਸੇਵਾ ਕਰੇ। ਹੁਣ ਉਹ ਇੱਕ ਅਮੀਰ ਵਪਾਰੀ ਦੀ ਪਤਨੀ ਸੀ
ਖੈਰ ਹੁਣ ਉਹ ਮੇਰੇ ਨਾਲ ਬਹੁਤ ਖੁਸ਼ ਸੀ। ਅਗਲੇ ਮਹੀਨੇ ਸਾਡਾ ਵਿਆਹ ਤੈਅ ਸੀ। ਨਿਸ਼ਾ ਨੇ ਆਪਣੇ ਸਾਰੇ ਸਟਾਫ ਨੂੰ ਦੱਸਿਆ, ਪਰ ਜਦੋਂ ਮੈਨੇਜਰ ਨੂੰ ਮੇਰੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ। ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਉਦੇ। ਜੇ ਤੁਸੀਂ ਉਸੇ ਕੁੜੀ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਘੱਟੋ ਘੱਟ 1 ਸਾਲ ਉਡੀਕ ਕਰਨੀ ਸੀ। ਅਜੇ ਵੀ ਬਹੁਤੀ ਦੇਰ ਨਹੀਂ ਹੋਈ। ਮੈਂ ਕਿਹਾ, ਜੇ ਤੁਸੀਂ ਮੇਰੀ ਪਤਨੀ ਬਾਰੇ ਇੱਕ ਗੱਲ ਵੀ ਹੋਰ ਕਹੋਗੇ ਤਾਂ ਮੈਂ ਤੁਹਾਡੇ ਨਾਲੋਂ ਆਪਣੀ ਦੋਸਤੀ ਤੋੜ ਲਵਾਂਗਾ। ਫਿਰ ਉਹ ਵਿਚਾਰਾ ਚੁੱਪ ਹੋ ਗਿਆ, ਨਹੀਂ ਤਾਂ ਉਹ ਮੇਰੇ ਤੇ ਨਿਸ਼ਾ ਦੇ ਵਿਆਹ ਤੇ ਖਿਲਾਫ ਸੀ। ਖੈਰ ਜਦੋਂ ਮੈਂ ਉਸ ਨੂੰ ਵਿਆਹ ਵਿੱਚ ਬੁਲਾਇਆ ਤਾਂ ਉਹ ਵੀ ਵਿਆਹ ਵਿੱਚ ਆਇਆ। ਨਿਸ਼ਾ ਨੇ ਵੀ ਕਈ ਲੋਕਾਂ ਨੂੰ ਵਿਆਹ ਵਿੱਚ ਬੁਲਾਇਆ ਸੀ। ਉਹਨਾਂ ਵਿੱਚੋਂ ਬਹੁਤ ਸਾਰੇ ਬਹੁਤ ਅਮੀਰ ਲੋਕ ਸਨ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਸੀ, ਪਰ ਮੈਨੂੰ ਉਹਨਾਂ ਨੂੰ ਮਿਲਣ ਲਈ ਕਈ ਵਾਰ ਇੰਤਜ਼ਾਰ ਕਰਨਾ ਪਿਆ। ਇਹ ਲੋਕ ਕਿਸੇ ਦੇ ਫੋਨ ਦਾ ਜਵਾਬ ਵੀ ਨਹੀਂ ਦਿੰਦੇ, ਪਰ ਨਿਸ਼ਾ ਦੇ ਵਿਆਹ ਤੇ ਆਏ ਸਨ। ਨਿਸ਼ਾ ਨੂੰ ਇੱਥੇ ਆਈ ਨੂੰ 1 ਸਾਲ ਹੋ ਗਿਆ ਹੈ, ਪਰ 1 ਸਾਲ ਵਿੱਚ ਇੰਨੇ ਵੱਡੇ ਲੋਕਾਂ ਨੂੰ ਮਿਲਣਾ ਆਸਾਨ ਨਹੀਂ ਸੀ। ਫਿਰ ਇਹ ਲੋਕ ਤਾਂ ਜਹਾਜ਼ ਜਾਂ ਹਵਾਈ ਅੱਡੇ ਦੇ ਕਿਸੇ ਕੰਮ ਨਾਲ ਜੁੜੇ ਹੋਏ ਨਹੀਂ ਸਨ, ਸਗੋਂ ਵਪਾਰਕ ਲੋਕ ਸਨ ਜਿਨ੍ਹਾਂ ਨੂੰ ਮੈਂ ਲੰਬੇ ਸਮੇਂ ਤੋਂ ਜਾਣਦਾ ਸੀ। ਉਹਨਾਂ ਵਿੱਚੋਂ ਕੁਝ 60-70 ਸਾਲਾਂ ਦੇ ਸਨ ਅਤੇ ਇਸ ਤੋਂ ਵੀ ਵੱਡੀ ਉਮਰ ਦੇ ਸਨ। ਫਿਰ ਮੈਂ ਸੋਚਿਆ ਕਿ ਜੇ ਨਿਸ਼ਾ ਦੇ ਕਿਸੇ ਨਾਲ ਨਜਾਇਜ਼ ਸੰਬੰਧ ਸਨ ਤਾਂ 1-2 ਨਾਲ ਹੋਣੇ ਸਨ, ਪਰ ਉਹ ਤਾਂ ਪੂਰੀ ਤਰ੍ਹਾਂ ਕਾਰੋਬਾਰੀ ਲੋਕ ਲੱਗਦੇ ਸਨ। ਮੈਂ ਆਪਣੇ ਦਿਲ ਅਤੇ ਦਿਮਾਗ ਨੂੰ ਸਾਫ਼ ਕਰ ਦਿੱਤਾ। ਮੈਨੇਜਰ ਦੀਆਂ ਦੱਸੀਆਂ ਕੁਝ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਮੈਂ ਉਹਨਾਂ ਬਾਰੇ ਕਦੇ ਸੋਚਿਆ ਨਹੀਂ ਸੀ ਅਤੇ ਨਾ ਹੀ ਉਹਨਾਂ ਤੇ ਵਿਸ਼ਵਾਸ ਕਰਨਾ ਚਾਹੁੰਦਾ ਸੀ। ਮੈਂ ਸੋਚਿਆ ਸੀ ਕਿ ਮੈਂ ਨਿਸ਼ਾ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰਾਂਗਾ, ਇਸ ਲਈ ਮੈਂ ਉਸ ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ। ਕਈ ਦਿਨ ਬੀਤ ਚੁੱਕੇ ਸਨ। ਮੇਰੀ ਅਤੇ ਨਿਸ਼ਾ ਦੀ ਵਿਆਹੁਤਾ ਜ਼ਿੰਦਗੀ ਸਵਰਗ ਵਰਗੀ ਲੱਗ ਰਹੀ ਸੀ, ਪਰ ਨਿਸ਼ਾ ਦੀਆਂ ਹਰਕਤਾਂ ਵਿਆਹ ਦੇ 1 ਹਫ਼ਤੇ ਬਾਅਦ ਸ਼ੁਰੂ ਹੋਣ ਲੱਗੀਆਂ। ਉਸ ਦਾ ਬਦਲਣਾ ਸ਼ੁਰੂ ਹੋ ਗਿਆ ਸੀ। ਇੱਕ ਦਿਨ ਮੈਨੂੰ ਇੱਕ ਦੋਸਤ ਨੂੰ ਫੋਨ ਕਰਨਾ ਪਿਆ ਅਤੇ ਮੈਂ ਜ਼ਿਆਦਾਤਰ ਘਰ ਵਿੱਚ ਹੁੰਦੇ ਹੋਏ ਵੀ ਆਪਣਾ ਮੋਬਾਈਲ ਚੈੱਕ ਕਰਨਾ ਭੁੱਲ ਜਾਂਦਾ ਸੀ। ਮੈਂ ਨਿਸ਼ਾ ਨੂੰ ਕਿਹਾ, ਤੂੰ ਆਪਣਾ ਮੋਬਾਈਲ ਮੈਨੂੰ ਦੇ ਦੇ। ਉਸ ਨੇ ਕਿਹਾ ਕਿ ਤੁਹਾਡਾ ਮੋਬਾਈਲ ਕਿੱਥੇ ਹੈ? ਮੈਂ ਕਿਹਾ ਕਿ ਇਹ ਚਾਰਜਿੰਗ ਤੇ ਹੈ। ਉਸਨੇ ਮੇਰਾ ਮੋਬਾਈਲ ਚਾਰਜਿੰਗ ਤੋਂ ਹਟਾ ਕੇ ਮੈਨੂੰ ਦੇ ਦਿੱਤਾ। ਮੈਂ ਹੈਰਾਨ ਸੀ ਕਿ ਨਿਸ਼ਾ ਆਪਣਾ ਮੋਬਾਈਲ ਮੇਰੇ ਤੋਂ ਕਿਉਂ ਛੁਪਾ ਰਹੀ ਸੀ। ਮੈਂ ਸੋਚਿਆ ਉਸ ਨੂੰ ਮੋਬਾਈਲ ਤੇ ਕੰਮ ਹੋਵੇਗਾ ਤਾਂ ਅਜਿਹਾ ਕੀਤਾ ਹੈ। ਜਦੋਂ ਮੈਂ ਕਿਸੇ ਬਹਾਨੇ ਦੂਜੀ ਵਾਰ ਉਸ ਤੋਂ ਫੋਨ ਮੰਗਿਆ ਤਾਂ ਵੀ ਉਸਨੇ ਅਜਿਹਾ ਹੀ ਕੀਤਾ। ਉਸਨੇ ਕਿਹਾ ਕਿ ਮੈਂ ਕੁਝ ਸਮੇਂ ਬਾਅਦ ਤੁਹਾਨੂੰ ਦੇ ਦੇਵਾਂਗੀ। ਫਿਰ ਉਸ ਤੋਂ ਬਾਅਦ ਉਸ ਨੇ ਮੈਨੂੰ ਆਪਣਾ ਫੋਨ ਨਹੀਂ ਦਿੱਤਾ। ਹੁਣ ਮੈਨੂੰ ਨਿਸ਼ਾ ਤੇ ਸ਼ੱਕ ਹੋਣ ਲੱਗਾ, ਉਹ ਕਿਸੇ ਨਾਲ ਲੁਕ ਛਿਪ ਕੇ ਗੱਲ ਕਰ ਰਹੀ ਹੋਵੇਗੀ, ਇਸੇ ਲਈ ਉਹ ਮੈਨੂੰ ਆਪਣਾ ਮੋਬਾਈਲ ਨਹੀਂ ਦੇਣਾ ਚਾਹੁੰਦੀ ਸੀ। ਮੈਂ ਸੋਚਿਆ ਕਿ ਮੈਂ ਨਿਸ਼ਾ ਦੇ ਨਾਲ ਉਸਦੀ ਫਲਾਈਟ ਵਿੱਚ ਵੀ ਜਾਵਾਂਗਾ। ਨਿਸ਼ਾ ਕਾਫੀ ਦੇਰ ਤੱਕ ਘਰ ਵਿੱਚ ਹੀ ਸੀ। ਹਾਲਾਂਕਿ ਉਸ ਨੇ ਕਿਹਾ ਕਿ ਉਸ ਨੇ ਜੋ ਨੌਕਰੀ ਕੀਤੀ ਸੀ ਉਸ ਦੀ ਤਨਖਾਹ ਵੀ ਉਸ ਨੂੰ ਮਿਲੀ ਸੀ, ਕਿਉਂਕਿ ਅਸੀਂ ਮਹੀਨੇ ਦੇ ਅੱਧ ਵਿੱਚ ਵਿਆਹ ਕਰਵਾ ਲਿਆ ਸੀ ਅਤੇ 30 ਤਰੀਕ ਨੂੰ ਉਸਨੇ ਮੈਨੂੰ ਦੱਸਿਆ ਕਿ ਉਸ ਦੀ ਤਨਖਾਹ ਆ ਗਈ ਹੈ। ਮੈਨੂੰ ਇਹ ਵੀ ਪਤਾ ਸੀ ਕਿ ਉਸ ਦੀ 에ਅਰਲਾਈਨ ਵਿੱਚ 에ਅਰ ਹੋਸਟਸ ਨੂੰ ਵਿਆਹ ਲਈ ਵੀ ਸਿਰਫ 15 ਦਿਨ ਹੀ ਦੀ ਛੁੱਟੀ ਮਿਲਦੀ ਹੈ। ਤਾਂ ਨਿਸ਼ਾ ਘਰ ਕਿਉਂ ਬੈਠੀ ਹੈ? ਜਦੋਂ ਹੁਣ 1 ਮਹੀਨਾ 15 ਦਿਨ ਹੋਣ ਵਾਲੇ ਸਨ ਤਾਂ ਉਹ ਉਸ ਮੈਨੇਜਰ ਤੋਂ ਤਨਖਾਹ ਕਿਵੇਂ ਇਕੱਠੀ ਕਰ ਰਹੀ ਸੀ? ਇਹ ਗੱਲ ਮੈਨੂੰ ਬਹੁਤ ਸ਼ੱਕੀ ਬਣਾ ਰਹੀਆਂ ਸਨ, ਪਰ ਮੈਂ ਨਿਸ਼ਾ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਹ ਬਹੁਤ ਖੂਬਸੂਰਤ ਸੀ। ਉਹ ਮੇਰੇ ਸਾਰੇ ਦੁੱਖ ਦੂਰ ਕਰ ਦਿੰਦੀ ਸੀ। ਮੈਂ ਉਸ ਦੇ ਸਾਹਮਣੇ ਕੁਝ ਨਹੀਂ ਕਿਹਾ। ਇੱਕ ਦਿਨ ਮੈਂ ਦੇਖਿਆ ਕਿ ਨਿਸ਼ਾ ਬਾਥਰੂਮ ਵਿੱਚ ਕਿਸੇ ਨਾਲ ਗੱਲ ਕਰ ਰਹੀ ਸੀ ਅਤੇ ਜਿਵੇਂ ਹੀ ਮੈਂ ਹਲਕਾ ਜਿਹਾ ਦਰਵਾਜ਼ਾ ਖੜਕਾਇਆ ਤਾਂ ਉਹ ਚੁੱਪ ਹੋ ਗਈ। ਇਸ ਦਾ ਮਤਲਬ ਕਿ ਇਹ ਉਸ ਦੇ ਦਿਲ ਵਿੱਚ ਕੁਝ ਨਾ ਕੁਝ ਚੱਲ ਰਿਹਾ ਸੀ। ਗੱਲਾਂ ਕਰਦਿਆਂ ਮੈਂ ਨਿਸ਼ਾ ਨੂੰ ਪੁੱਛਿਆ ਕਿ ਉਹ ਕਿਸ ਦਿਨ ਫਲਾਈਟ ਤੇ ਜਾਵੇਗੀ। ਉਸਨੇ ਮੈਨੂੰ ਦੱਸਿਆ ਕਿ ਉਹ ਐਤਵਾਰ ਨੂੰ ਜਾਵੇਗੀ। ਮੈਂ ਕਿਹਾ ਕਿ ਐਤਵਾਰ ਨੂੰ ਫਲਾਈਟ ਨਹੀਂ ਜਾਂਦੀ। ਉਸਨੇ ਕਿਹਾ ਕਿ ਉਹ ਪ੍ਰਾਈਵੇਟ ਫਲਾਈਟ ਤੇ ਜਾਂਦੀ ਹੈ। ਉਸ ਨੂੰ ਹੁਣੇ ਹੀ ਸਪੈਸ਼ਲ ਫਲਾਈਟ ਲਈ ਬੁਲਾਇਆ ਗਿਆ ਹੈ। ਮੈਂ ਹੈਰਾਨ ਸੀ। ਮੈਂ ਉਸ ਨਾਲ ਇਸ ਵਾਰ ਗੱਲ ਨਹੀਂ ਕੀਤੀ, ਪਰ ਮੈਂ ਆਪਣੀ ਫਲਾਈਟ ਵੀ ਬੁੱਕ ਕਰ ਲਈ ਸੀ। ਮੈਂ ਅਕਸਰ ਇਸ ਗੱਲ ਤੇ ਵਿਸ਼ਵਾਸ ਕਰਨ ਲੱਗਾ। ਮੈਂ ਹੋਰ ਕਾਰੋਬਾਰ ਦੇ ਸਿਲਸਿਲੇ ਵਿੱਚ ਭਾਰਤ ਤੋਂ ਓਮਾਨ ਵੀ ਜਾਂਦਾ ਸੀ। ਮੈਂ ਵੀ ਕਈ ਸਾਲਾਂ ਤੋਂ ਕਾਰੋਬਾਰ ਕਰ ਰਿਹਾ ਸੀ। ਮੈਂ ਨਿਸ਼ਾ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਕੀ ਕਰਨ ਜਾ ਰਿਹਾ ਹਾਂ। ਮੈਂ ਦੇਖਿਆ ਕਿ ਫਲਾਈਟ ਤੋਂ 1 ਦਿਨ ਪਹਿਲਾਂ ਨਿਸ਼ਾ ਬਹੁਤ ਬੇਚੈਨ ਸੀ। ਉਸ ਨੇ ਮੇਰੇ ਨਾਲ ਡਿਨਰ ਵੀ ਨਹੀਂ ਕੀਤਾ ਸੀ। ਮੈਂ ਕਿਹਾ, ਨਿਸ਼ਾ ਕੀ ਗੱਲ ਹੈ?
ਇੰਨੀ ਚਿੰਤਾ ਕਿਉਂ ਹੋ ਰਹੀ ਹੈ? ਉਹਦੇ ਕੱਲ ਵਿਆਹ ਤੋਂ ਬਾਅਦ ਮੇਰੀ ਪਹਿਲੀ ਫਲਾਈਟ ਹੈ, ਇਸ ਲਈ ਮੈਂ ਸੋਚ ਰਹੀ ਹਾਂ ਕਿ ਜਾਵਾਂ ਜਾਂ ਨਾ। ਮੈਂ ਕਿਹਾ, ਇਸ ਵਿੱਚ ਅਜੀ ਕੀ ਹੈ ਜੋ ਸਮਝਿਆ ਨਹੀਂ ਜਾ ਸਕਦਾ। ਮੈਂ ਵੀ ਐਂ ਕਰਦਾ ਹਾਂ ਕਿ ਮੈਂ ਵੀ ਤੇਰੇ ਨਾਲ ਜਾਂਦਾ ਹਾਂ। ਤੇ ਹਾਂ, ਮੈਨੂੰ ਹੁਣੇ ਯਾਦ ਆਇਆ ਕਿ ਕੱਲ ਮੇਰੀ ਵੀ ਫਲਾਈਟ ਹੈ। ਮੇਰੀ ਗੱਲ ਸੁਣ ਕੇ ਨਿਸ਼ਾ ਦਾ ਰੰਗ ਫਿੱਕਾ ਪੈ ਗਿਆ। ਉਸਨੇ ਪੁੱਛਿਆ, ਤੁਹਾਡੀ ਫਲਾਈਟ ਕਿਵੇਂ ਹੈ? ਤੁਸੀਂ ਮੈਨੂੰ ਨਹੀਂ ਦੱਸਿਆ। ਮੈਂ ਕਿਹਾ, ਮੈਂ ਤੁਹਾਨੂੰ ਹੈਰਾਨ ਕਰਨਾ ਚਾਹੁੰਦਾ ਸੀ ਕਿ ਮੈਂ ਤੁਹਾਡੇ ਨਾਲ ਜਾਵਾਂਗਾ। ਮੇਰੀ ਗੱਲ ਸੁਣ ਕੇ ਨਿਸ਼ਾ ਫਿਕਰਮੰਦ ਹੋ ਗਈ। ਤੁਸੀਂ ਕਿੱਥੇ ਜਾਣਾ ਹੈ? ਮੈਂ ਕਿਹਾ, ਮੈਂ ਭਾਰਤ ਤੋਂ ਓਮਾਨ ਜਾਣਾ ਹੈ। ਮੈਂ ਉੱਥੇ ਆਪਣੇ ਕੰਮ ਲਈ ਜਾਣਾ ਹਾਂ। ਮੇਰੀਆਂ ਗੱਲਾਂ ਸੁਣ ਕੇ ਜਿਵੇਂ ਨਿਸ਼ਾ ਨੂੰ ਜ਼ਬਰਦਸਤ ਝਟਕਾ ਲੱਗਾ ਹੋਵੇ। ਉਸਨੇ ਕਿਹਾ, ਠੀਕ ਹੈ। ਫਿਰ ਉਹ ਕਿਸੇ ਨੂੰ ਫੋਨ ਕਰਨ ਲਈ ਦੁਬਾਰਾ ਬਾਥਰੂਮ ਵਿੱਚ ਚਲੀ ਗਈ। ਮੈਂ ਦੇਖਿਆ ਕਿ ਉਹ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ। ਫੋਨ ਸੁਣਨ ਤੋਂ ਬਾਅਦ ਉਹ ਹੋਰ ਵੀ ਫਿੱਕੀ ਪੈ ਗਈ ਅਤੇ ਕਹਿਣ ਲੱਗੀ ਕਿ ਅੱਜ ਮੈਂ ਨਹੀਂ ਜਾਵਾਂਗੀ। ਮੈਂ ਕਿਹਾ, ਕੀ ਹੋਇਆ? ਜੇ ਤੁਸੀਂ ਨਹੀਂ ਜਾਂਦੇ ਮੈਂ ਵੀ ਨਹੀਂ ਜਾਵਾਂਗਾ। ਮੈਂ ਕਿਹਾ, ਜਿਸ ਦਿਨ ਮੇਰੀ ਪਤਨੀ ਜਾਵੇਗੀ ਮੈਂ ਵੀ ਉਸੇ ਦਿਨ ਜਾਵਾਂਗਾ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਨਿਸ਼ਾ ਮੇਰੇ ਨਾਲ ਜਾਣ ਵਿੱਚ ਬਿਲਕੁਲ ਵੀ ਖੁਸ਼ ਨਹੀਂ ਸੀ, ਸਗੋਂ ਉਹ ਮੇਰੇ ਬਿਨਾਂ ਜਾਣਾ ਚਾਹੁੰਦੀ ਸੀ। ਮੈਂ ਵੀ ਆਪਣੀ ਪਤਨੀ ਨਾਲ ਅੜ ਕੇ ਬੈਠਾ ਸੀ। ਮੈਂ ਕਿਹਾ, ਜਿਸ ਦਿਨ ਤੁਸੀਂ ਜਾਣਾ ਹੈ ਉਸੇ ਦਿਨ ਮੈਂ ਜਾਊਂਗਾ। ਨਿਸ਼ਾ ਦੀਆਂ ਹੋਰ ਸ਼ੱਕ ਹਰਕਤਾਂ ਸ਼ੁਰੂ ਹੋ ਗਈਆਂ। ਉਸ ਨੇ ਕਿਹਾ ਕਿ ਮੈਨੂੰ ਫਲਾਈਟ ਲਈ ਵਿਸ਼ੇਸ਼ ਤਿਆਰੀ ਕਰਨੀ ਪਵੇਗੀ। ਮੈਂ ਕਿਹਾ, ਤੁਸੀਂ ਕੀ ਤਿਆਰੀ ਕਰੋਗੇ? ਉਸਨੇ ਕਿਹਾ ਕਿ ਮੈਂ 2-3 ਦਿਨਾਂ ਤੱਕ ਖਾਣਾ ਨਹੀਂ ਖਾਵਾਂਗੀ, ਕਿਉਂਕਿ ਮੈਂ ਅਕਸਰ ਫਲਾਈਟ ਤੇ ਬਿਮਾਰ ਮਹਿਸੂਸ ਕਰਦੀ ਹਾਂ। ਫਲਾਈਟ ਬਹੁਤ ਲੰਬੀ ਹੈ, ਇਸ ਲਈ ਮੈਨੂੰ 2-3 ਦਿਨ ਖਾਣਾ ਖਾਣ ਤੋਂ ਮਨਾ ਕੀਤਾ ਗਿਆ ਹੈ। ਮੈਂ ਕਿਹਾ, ਬਿਲਕੁਲ ਠੀਕ ਹੈ, ਪਰ ਜੇ ਤੁਸੀਂ ਖਾਣਾ ਨਹੀਂ ਖਾਣਾ ਚਾਹੁੰਦੇ ਹੋ ਤਾਂ ਨਾ ਖਾਓ, ਪਰ ਆਪਣਾ ਖਿਆਲ ਰੱਖੋ। ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਰਹਿਣਾ ਦਿਆਂਗਾ। ਜੇ ਤੁਹਾਡੀ ਨੌਕਰੀ ਬਹੁਤ ਔਖੀ ਹੈ ਤਾਂ ਤੁਸੀਂ ਇਸ ਨੂੰ ਛੱਡ ਸਕਦੇ ਹੋ। ਤੁਸੀਂ ਹੁਣੇ ਮੇਰੇ ਦਫ਼ਤਰ ਵਿੱਚ ਸ਼ਾਮਲ ਹੋ ਜਾਓ, ਤੁਹਾਨੂੰ ਉੱਥੇ ਵੀ ਨੌਕਰੀ ਮਿਲ ਜਾਵੇਗੀ। ਤਾਂ ਉਹ ਬੋਲੀ, ਜੇ ਤੁਸੀਂ ਬਾਜ਼ਾਰ ਜਾਣਾ ਹੈ ਤਾਂ ਮੇਰੇ ਲਈ ਠੰਡਾ ਤੇਲ ਲਿਆ ਦੇਣਾ। ਤੁਸੀਂ ਤੇਲ ਦਾ ਕੀ ਕਰੋਗੇ? ਮੈਂ ਪੁੱਛਿਆ, ਤੂੰ ਤੇਲ ਕਦੋਂ ਤੋਂ ਪੀਣਾ ਸ਼ੁਰੂ ਕੀਤਾ ਹੈ? ਤਾਂ ਉਹ ਕਹਿਣ ਲੱਗੀ, ਮੈਂ ਪੀਣਾ ਨਹੀਂ, ਮੈਂ ਤਾਂ ਬਸ ਆਪਣੇ ਪੇਟ ਦੀ ਮਾਲਿਸ਼ ਕਰਨੀ ਹੈ। ਪੇਟ ਦੀ ਮਾਲਿਸ਼? ਤੁਸੀਂ ਇਹ ਕਦੋਂ ਤੋਂ ਵੈਦ ਵਾਲੀ ਹਰਕਤਾਂ ਕਰਨ ਲੱਗ ਪਈ ਹੋ? ਉਹ ਨਹੀਂ, ਪੇਟ ਦੀ ਮਾਲਿਸ਼ ਨਿਯਮਤ ਤੌਰ ਤੇ ਕਰਨੀ ਚਾਹੀਦੀ ਹੈ। ਪੇਟ ਦੀ ਮਾਲਿਸ਼ ਕਰਨ ਨਾਲ ਤੁਹਾਡੀ ਭੁੱਖ ਘਟ ਜਾਂਦੀ ਹੈ। ਮੈਨੂੰ ਉਸ ਦੀਆਂ ਬੇਹੂਦਾ ਗੱਲਾਂ ਬਿਲਕੁਲ ਵੀ ਸਮਝ ਨਹੀਂ ਆਈਆਂ। ਮੈਂ ਬਿਲਕੁਲ ਚੁੱਪ ਹੋ ਗਿਆ। ਜਦੋਂ ਮੈਂ ਬਾਜ਼ਾਰ ਗਿਆ ਤਾਂ ਮੈਂ ਆਪਣੀ ਪਤਨੀ ਲਈ ਤੇਲ ਵੀ ਲੈ ਆਇਆ। ਤਾਂ ਉਹ ਖੁਸ਼ ਹੋ ਕੇ ਬੋਲੀ, ਇਹ ਠੀਕ ਹੈ ਅਤੇ ਮੈਂ ਜਾ ਰਹੀ ਹਾਂ। ਮੈਂ ਆਪਣੇ ਪੇਟ ਦੀ ਚੰਗੀ ਤਰ੍ਹਾਂ ਮਾਲਿਸ਼ ਕਰਾਂਗੀ ਅਤੇ ਫਿਰ ਸੌਂ ਜਾਵਾਂਗੀ। ਉਹ ਦੁੱਧ ਪੀ ਕੇ ਸੌਂ ਗਈ। ਜੇ ਤੁਸੀਂ ਪੀਣਾ ਚਾਹੁੰਦੇ ਹੋ ਤਾਂ ਇਹ ਆਪਣੇ ਆਪ ਹੀ ਪੀ ਲੈਣਾ। ਨਿਸ਼ਾ ਨੇ ਅਸਲ ਵਿੱਚ ਅਜਿਹੀ ਹੀ ਕੀਤਾ ਸੀ ਅਤੇ ਬਾਥਰੂਮ ਵਿੱਚ ਚਲੀ ਗਈ। ਪਰ ਮੈਨੂੰ ਇੰਜ ਲੱਗਾ ਜਿਵੇਂ ਨਿਸ਼ਾ ਨੂੰ ਉਲਟੀ ਆ ਰਹੀ ਹੋਵੇ। ਉਹ ਆਪਣੇ ਨਾਲ ਗਰਮ ਪਾਣੀ ਦੀ ਬੋਤਲ ਵੀ ਲੈ ਕੇ ਗਈ ਸੀ, ਜਿਸ ਦਾ ਮਕਸਦ ਮੈਨੂੰ ਸਮਝ ਨਹੀਂ ਆਇਆ। ਜਦੋਂ ਨਿਸ਼ਾ ਬਾਥਰੂਮ ਤੋਂ ਬਾਹਰ ਆਈ ਤਾਂ ਉਸ ਦਾ ਚਿਹਰਾ ਖਿੜਿਆ ਹੋਇਆ ਸੀ। ਉਸ ਨੇ ਕਿਹਾ, ਹਾਂ, ਮੈਂ ਸੋਚਿਆ ਸੀ ਕਿ ਇਹ ਬਹੁਤ ਮੁਸ਼ਕਲ ਹੈ, ਪਰ ਇਹ ਤਾਂ ਆਸਾਨ ਹੀ ਹੈ। ਸੌਖਾ ਕੀ ਹੈ? ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਜਦੋਂ ਮੈਂ ਹੈਰਾਨੀ ਅਤੇ ਸਖਤੀ ਨਾਲ ਪੁੱਛਿਆ ਤਾਂ ਉਸਨੇ ਕਿਹਾ, ਕੁਝ ਨਹੀਂ, ਮੈਂ ਤਾਂ ਕਹਿ ਰਹੀ ਸੀ ਕਿ ਮੇਰੀ ਉਡਾਨ ਆਸਾਨ ਹੈ। ਠੀਕ ਹੈ। ਮੈਂ ਸਮਝਿਆ ਕਿ ਕੋਈ ਚਿੰਤਾ ਕਰਨ ਵਾਲੀ ਗੱਲ ਹੈ। ਮੈਂ ਵੀ ਸੌਣ ਲਈ ਲੇਟ ਗਿਆ। ਮੈਂ ਵੀ ਸਵੇਰੇ ਜਲਦੀ ਉੱਠਣਾ ਸੀ। ਫਲਾਈਟ ਮੇਰੀ ਵੀ ਸੀ। ਮੈਂ ਇਸ ਨੂੰ ਆਪਣੀ ਪਤਨੀ ਨਾਲ ਬੁੱਕ ਕਰਵਾਇਆ ਸੀ ਕਿਉਂਕਿ ਮੈਂ ਉਸੇ ਸਮੇਂ ਫਲਾਈਟ ਵਿੱਚ ਹੁੰਦੇ ਹੋਏ ਉਸ ਤੇ ਨਜ਼ਰ ਰੱਖਣਾ ਚਾਹੁੰਦਾ ਸੀ। ਪਰ ਹੋਇਆ ਇੰਜ ਕਿ ਜਦੋਂ ਅਸੀਂ ਫਲਾਈਟ 'ਚ ਸਵਾਰ ਹੋਏ ਤਾਂ ਮੈਂ ਨਿਸ਼ਾ ਨੂੰ ਜਹਾਜ਼ 'ਚ ਨਹੀਂ ਦੇਖਿਆ। ਉਤਰਨ ਤੋਂ ਬਾਅਦ ਜਦੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ, ਮੈਂ ਆਪਣੇ ਕੈਬਨ ਦੇ ਕੋਲ ਹਾਂ, ਤੁਸੀਂ ਉੱਥੇ ਆਰਾਮ ਨਾਲ ਬੈਠੋ। ਕੀ ਮੈਂ ਤੁਹਾਡੀ 에ਅਰ ਹੋਸਟਸ ਨਹੀਂ ਹਾਂ? ਮੈਂ ਪੂਰੇ ਜਹਾਜ਼ ਦੀ ਹਾਂ। ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਿਆ, ਪਰ ਮੈਂ ਆਪਣੇ ਪੂਰੇ ਸਫ਼ਰ ਵਿੱਚ ਉਸ ਨੂੰ ਕਿਤੇ ਵੀ ਨਹੀਂ ਦੇਖਿਆ ਸੀ। ਉਹ ਮੇਰੇ ਕੋਲ ਇੱਕ ਵਾਰ ਜ਼ਰੂਰ ਆਈ ਸੀ, ਪਰ ਉਸਨੇ ਆਪਣਾ ਸਧਾਰਨ ਪਹਿਰਾਵਾ ਪਹਿਨਿਆ ਹੋਇਆ ਸੀ, ਜੋ ਕਿ 에ਅਰ ਹੋਸਟਸ ਦਾ ਨਹੀਂ ਸੀ। ਇਹ ਦੇਖ ਕੇ ਮੈਂ ਵੀ ਹੈਰਾਨ ਰਹਿ ਗਿਆ। ਮੈਂ ਕਿਹਾ, ਤੁਹਾਡੀ 에ਅਰ ਹੋਸਟਸ ਦੀ ਵਰਦੀ ਕਿੱਥੇ ਹੈ? ਉਸਨੇ ਕਿਹਾ, ਹਾਂ, ਮੈਂ ਵਰਦੀ ਹੀ ਪਹਿਨਾਂਗੀ। ਤੁਹਾਨੂੰ ਇਸ ਸਮੇਂ ਕਿਹੜੀ ਸਮੱਸਿਆ ਹੈ? ਤੂੰ ਬਸ ਮੇਰੇ ਵੱਲ ਦੇਖ, ਤੇਰਾ ਸਫ਼ਰ ਬੜੀ ਆਸਾਨੀ ਨਾਲ ਲੰਘ ਜਾਵੇਗਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਫਿਰ ਚੁੱਪ ਹੋ ਗਿਆ। ਜਿਵੇਂ ਹੀ ਜਹਾਜ਼ 에ਅਰਪੋਰਟ ਤੇ ਉਤਰਿਆ, ਇੱਕ ਆਦਮੀ ਮੇਰੀ ਪਤਨੀ ਨੂੰ ਲੱਭਦਾ ਹੋਇਆ ਆਇਆ, ਜਿਸ ਨੂੰ ਦੇਖ ਕੇ ਮੇਰੀ ਪਤਨੀ ਦਾ ਚਿਹਰਾ ਫਿੱਕਾ ਪੈ ਗਿਆ।
ਉਸਨੇ ਕਿਹਾ, ਤੁਸੀਂ ਸਾਡੇ ਨਾਲ ਆਓ, ਤੁਹਾਡੀ ਜਾਂਚ ਕਰਨੀ ਹੈ। ਉਸਨੇ ਮੇਰੇ ਵੱਲ ਦੇਖਿਆ। ਮੈਂ ਉਸ ਆਦਮੀ ਨੂੰ ਪੁੱਛਿਆ ਕਿ ਮੇਰੀ ਪਤਨੀ ਨੂੰ ਕੀ ਹੋਇਆ ਹੈ। ਉਹ ਕੋਈ ਆਮ ਕੁੜੀ ਨਹੀਂ ਹੈ, 에ਅਰ ਹੋਸਟਸ ਹੈ। ਉਸਨੇ ਕਿਹਾ, ਫਿਰ ਉਹ 에ਅਰ ਹੋਸਟਸ ਦੀ ਵਰਦੀ ਕਿਉਂ ਨਹੀਂ ਪਹਿਨ ਰਹੀ? ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਅਸੀਂ ਇੱਕ ਮਹਿਲਾ ਕਾਂਸਟੇਬਲ ਨੂੰ ਨਾਲ ਲੈ ਕੇ ਆਉਂਦੇ ਹਾਂ, ਪਰ ਉਸ ਦੀ ਜਾਂਚ ਜ਼ਰੂਰ ਹੋਵੇਗੀ। ਮੈਂ ਕਿਹਾ, ਮੈਨੂੰ ਵੀ ਨਾਲ ਲੈ ਜਾਓ। ਉਹਨਾਂ ਨੇ ਕਿਹਾ ਕਿ ਇਹ ਸਾਡੀ ਨੀਤੀ ਦੇ ਖਿਲਾਫ ਹੈ, ਤੁਹਾਨੂੰ ਬਾਹਰ ਰਹਿਣਾ ਪਵੇਗਾ। ਸਾਡੀਆਂ ਨੀਤੀਆਂ ਬਹੁਤ ਸਖਤ ਹਨ। ਇਹ ਉਹ ਨਹੀਂ ਹੈ ਜੋ ਤੁਸੀਂ ਸੋਚ ਰਹੇ ਹੋ। ਉਹ ਲੋਕ ਮੇਰੀ ਪਤਨੀ ਨੂੰ ਚੁੱਕ ਕੇ ਲੈ ਗਏ। ਮੈਂ ਓਮਾਨ ਤੋਂ ਆਏ ਇੰਸਪੈਕਟਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਅਜਿਹਾ ਕੁਝ ਨਹੀਂ ਹੋਵੇਗਾ, ਕਿ ਇਹ ਕੋਈ ਭਾਰਤੀ ਪੁਲਿਸ ਨਹੀਂ ਸੀ ਜੋ ਔਰਤਾਂ ਦਾ ਅਪਮਾਨ ਕਰਦੀ ਹੈ। ਮੇਰੀ ਪਤਨੀ 3 ਘੰਟੇ ਤੱਕ ਪੁਲਿਸ ਹਿਰਾਸਤ ਵਿੱਚ ਰਹੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਮੈਂ ਬਸ ਸਾਰਾ ਨਜ਼ਾਰਾ ਦੇਖਦਾ ਰਿਹਾ। ਕੁਝ ਸਮੇਂ ਬਾਅਦ ਮੈਨੂੰ ਮੈਨੇਜਰ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਓਮਾਨ ਦੇ ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਤੁਹਾਡੀ ਪਤਨੀ ਨਸ਼ਾ ਤਸਕਰੀ ਦੇ ਕੇਸ ਵਿੱਚ ਫੜੀ ਗਈ ਹੈ। ਪੁਲਿਸ ਦੀ ਨਜ਼ਰ 1 ਸਾਲ ਤੱਕ ਉਸ ਤੇ ਸੀ, ਪਰ ਉਹ ਕਦੇ ਵੀ ਉਸ ਨੂੰ ਫੜ ਨਹੀਂ ਸਕੇ, ਕਿਉਂਕਿ ਉਹ ਨਸ਼ੇ ਕਰਨ ਲਈ ਆਪਣੇ ਸਰੀਰ ਦੀ ਵਰਤੋਂ ਕਰਦੀ ਸੀ। ਇਹ ਸੁਣ ਕੇ ਮੈਂ ਦੰਗ ਰਹਿ ਗਿਆ। ਤੁਸੀਂ ਕੀ ਬਕਵਾਸ ਕਰ ਰਹੇ ਹੋ? ਮੈਨੇਜਰ, ਆਪਣੇ ਹੋਸ਼ ਵਿੱਚ ਰਹੋ ਅਤੇ ਮੇਰੇ ਨਾਲ ਧਿਆਨ ਨਾਲ ਗੱਲ ਕਰੋ। ਉਹ ਮੇਰੀ ਪਤਨੀ ਅਤੇ ਤੁਹਾਡੀ ਭਰਜਾਈ ਹੈ। ਅੱਜ ਵੀ ਤੁਹਾਡੀ ਪਤਨੀ 1.5 ਕਿਲੋ ਨਸ਼ੀਲੇ ਕੈਪਸੂਲ ਖਾ ਕੇ ਓਮਾਨ ਜਾ ਰਹੀ ਸੀ। ਬਦਲੇ ਵਿੱਚ ਉਸ ਨੂੰ ਥੋੜੇ ਜਿਹੇ ਪੈਸੇ ਮਿਲਦੇ ਸਨ, ਪਰ ਉਸ ਦੀ ਭੁੱਖ ਅਤੇ ਲਾਲਚ ਦੀ ਕੋਈ ਸੀਮਾ ਨਹੀਂ। ਇਸ ਲਈ ਤੁਹਾਡੇ ਵੱਡੇ ਕਾਰੋਬਾਰ ਨੂੰ ਵੇਖ ਕੇ ਵੀ ਉਸ ਨੂੰ ਸਬਰ ਨਹੀਂ ਹੋਇਆ ਅਤੇ ਅਜਿਹਾ ਕੰਮ ਕਰਨ ਦੀ ਉਸ ਦੀ ਲਾਲਸਾ ਪੂਰੀ ਨਹੀਂ ਹੋਈ। ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹ ਵੱਡੇ ਲੋਕਾਂ ਦੇ ਹੱਥ ਚੜੀ ਗਈ ਹੈ ਅਤੇ ਇਹ ਉਸ ਦੀ ਤਰੱਕੀ ਦਾ ਕਾਰਨ ਸੀ ਜੋ ਉਸ ਨੂੰ ਰਾਤੋਂ ਰਾਤ ਵੱਡੀਆਂ ਉਚਾਈਆਂ ਤੇ ਲੈ ਗਈ। ਮੈਂ ਪਹਿਲਾਂ ਹੀ ਤੁਹਾਨੂੰ ਇਸ ਔਰਤ ਤੋਂ ਦੂਰ ਰਹਿਣ ਲਈ ਕਹਿ ਰਿਹਾ ਸੀ। ਮੈਂ ਮੈਨੇਜਰ ਦਾ ਫੋਨ ਕੱਟ ਦਿੱਤਾ ਸੀ, ਪਰ ਅਸਲੀਅਤ ਇਹ ਸੀ ਤੇ ਕੁਝ ਸਮੇਂ ਬਾਅਦ 2-3 ਵਿਅਕਤੀਆਂ ਨੇ ਵੀ ਇਸ ਖਬਰ ਦੀ ਪੜਤਾਲ ਕੀਤੀ ਅਤੇ ਮੈਨੂੰ ਦੱਸਿਆ, ਅਤੇ ਫਿਰ ਮੈਂ ਭਾਰਤ ਵਿੱਚ ਆਪਣੇ ਅਸਲੀ ਜਾਸੂਸ ਦੀ ਵਰਤੋਂ ਕਰਕੇ ਆਪਣੀ ਪਤਨੀ ਨੂੰ ਵਾਪਸ ਬੁਲਾਇਆ। ਉਸ ਨੂੰ 1 ਸਾਲ ਦੀ ਸਜ਼ਾ ਹੋਈ, ਪਰ ਅੱਜ ਤੱਕ ਉਹ ਮੁੜ ਮੇਰੇ ਦਿਲ ਵਿੱਚ ਥਾਂ ਨਹੀਂ ਬਣਾ ਸਕੀ। ਮੈਂ ਚਾਹੁਣ ਤੇ ਵੀ ਉਸ ਨਾਲ ਗੱਲ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਹੈ ਕਿ ਵੱਡੇ ਕਾਰੋਬਾਰੀ ਲੋਕ ਬਿਨਾਂ ਕਿਸੇ ਕਾਰਨ ਕੁੜੀਆਂ ਨੂੰ 에ਅਰ ਹੋਸਟਸ ਨਹੀਂ ਬਣਾਉਂਦੇ, ਸਗੋਂ ਉਹਨਾਂ ਦੀ ਵਰਤੋਂ ਕਰਦੇ ਹਨ। ਇਸ ਲਈ ਅਜਿਹੀ ਸਥਿਤੀ ਵਿੱਚ ਮੈਂ ਆਪਣੀ ਪਤਨੀ ਨੂੰ ਕਿਸੇ ਵੀ ਤਰ੍ਹਾਂ ਦਿਲਾਸਾ ਨਹੀਂ ਦੇ ਸਕਦਾ, ਭਾਵੇਂ ਉਹ ਆਪਣੀ ਸਾਰੀ ਤਾਕਤ ਵਰਤ ਲਵੇ ਅਤੇ ਮੈਨੂੰ ਪਿਆਰ ਦਿਖਾਉਣ ਤੋਂ ਬਾਅਦ ਵੀ ਸਾਡਾ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਿਹਾ। ਕਾਸ਼ ਮੇਰੀ ਪਤਨੀ ਨੇ ਅਜਿਹਾ ਨਾ ਕੀਤਾ ਹੁੰਦਾ, ਉਹ ਹਮੇਸ਼ਾ ਮੇਰੇ ਦਿਲ ਵਿੱਚ ਰਹਿੰਦੀ। ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਦੱਸੋ, ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।